ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਨਿੱਘੀ ਜੀ ਆਇਆਂ ਨੂੰ। ਸਾਡੀ ਇਸ ਚੱਲ ਰਹੀ ਮੁਹਿੰਮ ਨੂੰ ਵਰਕ ਫਰੋਮ ਹੋਮ ਕੋਵਿਡ-19 ਨੂੰ ਲੈ ਕੇ ਬਹੁਤ ਸਾਰੇ ਲੋਕ ਘਰਾਂ ਤੋਂ ਕੰਮ ਕਰ ਰਹੇ ਨੇ। ਸੋ ਇਸੇ ਦੌਰਾਨ ਅਸੀਂ ਸੋਚਿਆ ਕਿ ਹਰ ਵਕਤ ਅਸੀਂ ਜਦੋਂ ਕੋਵਿਡ-19 ਦੀਆਂ ਗੱਲਾਂ ਕਰਦੇ ਹਾਂ ਬਹੁਤ ਸਾਰੇ ਲੋਕੀ ਮਾਨਸਿਕ ਤਣਾਅ ਦੇ ਵਿੱਚ ਆ ਗਏ ਨੇ ਔਰ ਕਿਉਂ ਨਾ ਅਸੀਂ ਥੋੜੀਆਂ ਜਿਹੀਆਂ ਇੰਟਰਟੇਨਮੈਂਟ ਦੀਆਂ ਗੱਲਾਂ ਕਰੀਏ ਤੇ ਉਹਨਾਂ ਲੋਕਾਂ ਨੂੰ ਤੁਹਾਡੇ ਰੂਬਰੂ ਕਰੀਏ ਜਿਹੜੇ ਕੁਛ ਨਾ ਕੁਛ ਕਮਿਊਨਿਟੀ ਦੇ ਵਿੱਚ ਵਧੀਆ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ। बेशक वो राइटर होण, बेशक वो सिंगर होण। सो जदों कोई भी राइटर जां सिंगर कुछ वधिया लिखदा आ, कुछ वधिया करदा, एक मैसेज भरपूर उसदा गीत आउंदा आ जां कोई रचना आउंदी आ जां कोई कहानी आउंदी आ ते साडा फर्ज बनदा कि ਅਸੀਂ ਉਸ ਨੂੰ ਤੁਹਾਡੇ ਤੱਕ ਲੈ ਕੇ ਆਈਏ ਤਾਂ ਕਿ ਤੁਸੀਂ ਵੀ ਸੁਣ ਸਕੋ, ਤੁਸੀਂ ਵੀ ਉਹਨੂੰ ਜਾਣ ਸਕੋ। ਸੋ ਅੱਜ ਸਾਡੇ ਨਾਲ ਕੈਲੀਫੋਰਨੀਆ ਦੇ ਸ਼ਹਿਰ ਯੂਬਾ ਸਿਟੀ ਦੀ ਧਰਤੀ ਤੋਂ ਬਹੁਤ ਹੀ ਪਿਆਰੇ ਤੇ ਮਿੱਠੀ ਆਵਾਜ਼ ਦੇ ਮਾਲਕ ਨੇ ਵੀਰਿੰਦਰ। ਇਹਨਾਂ ਨੇ ਮਦਰਸ ਡੇ ਨੂੰ ਲੈ ਕੇ ਬਹੁਤ ਹੀ ਖੂਬਸੂਰਤ ਇੱਕ ਗੀਤ ਸਾਡੀ ਝੋਲੀ ਪਾਇਆ, ਮਾਂ। ਤੇ ਮੈਂ ਖੁਦ ਜਿਹੜੀਆਂ ਚੀਜ਼ਾਂ ਨੂੰ ਪਸੰਦ ਕਰਦੀ ਹਾਂ, ਜਿਹੜੀਆਂ ਚੀਜ਼ਾਂ ਮੈਨੂੰ ਖੁਦ ਦਿਲ ਨੂੰ ਲੱਗਦੀਆਂ ਨੇ, ਮੈਂ ਖੁਦ ਉਹਨਾਂ ਨੂੰ ਸੁਣਦੀ ਹਾਂ ਤੇ ਮੇਰੀ ਹਮੇਸ਼ਾ ਖੁਸ਼ੀ ਹੁੰਦੀ ਆ, ਮੇਰਾ ਦਿਲ ਵੀ ਕਰਦਾ ਆ ਤੇ ਮੈਨੂੰ ਬਹੁਤ ਜ਼ਿਆਦਾ ਅੰਦਰੋਂ ਖੁਸ਼ੀ ਹੁੰਦੀ ਆ ਕਿ ਉਹਨਾਂ ਚੀਜ਼ਾਂ ਨੂੰ ਤੁਹਾਡੇ ਤੱਕ ਵੀ ਲੈ ਕੇ ਆਵਾਂ, ਤੁਹਾਡੇ ਨਾਲ ਵੀ ਸਾਂਝੀਆਂ ਕਰਾਂ। ਸੋ ਵੀਰਿੰਦਰ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ। ਬਿਜ਼ੀ ਸਕੈਜੂਲ ਦੇ ਵਿੱਚੋਂ ਸਾਨੂੰ ਥੋੜਾ ਜਿਹਾ ਸਮਾਂ ਦੇਣ ਤਾਂ ਕਿ ਅਸੀਂ ਇਹਨਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਰੂਬਰੂ ਲੈ ਕੇ ਆਈਏ। ਸੋ ਆਓ ਪਹਿਲਾਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਫਿਰ ਇਹਨਾਂ ਦੇ ਨਾਲ ਗੱਲਾਂ ਕਰਦੇ ਆ। ਸੋ ਵੀਰਿੰਦਰ ਜੀ, ਜੀ ਆਇਆਂ ਨੂੰ ਤੁਹਾਨੂੰ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਤੇ ਸਾਂਝਾ ਟੀਵੀ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ, ਵੀਰਿੰਦਰ ਵੱਲੋਂ ਚੜ੍ਹਦੇ ਸਿਆਲ ਦੀ ਨਿੱਘੀ ਧੁੱਪ ਵਰਗੀ ਨਿੱਘੀ ਜੀ ਆਇਆਂ ਜੀ। ਜੀ ਵੀਰਿੰਦਰ ਜੀ, ਬਹੁਤ ਵਧੀਆ ਲੱਗਾ ਤੁਸੀਂ ਆਪਣਾ ਸਮਾਂ ਦਿੱਤਾ ਸਾਨੂੰ। ਕੋਵਿਡ-19 ਚੱਲ ਰਿਹਾ ਤੇ ਸਾਰੇ ਲੋਕੀ ਮੋਸਟ ਲਾਈਕ ਜਿਹੜੇ ਘਰਾਂ ਤੋਂ ਕੰਮ ਕਰ ਰਹੇ ਨੇ। ਪਹਿਲਾਂ ਮੈਂ ਜਾਣਨਾ ਚਾਹੂੰਗੀ ਕਿ ਤੁਸੀਂ ਆਪਣੇ ਸ਼ਹਿਰ ਬਾਰੇ ਦੱਸੋ ਕਿ ਤੁਹਾਡੇ ਸ਼ਹਿਰ ਦੀ ਕੀ ਸਿਚੁਏਸ਼ਨ ਹੈ, ਕਿਵੇਂ ਚੱਲ ਰਿਹਾ ਹੈਗਾ ਸਾਰਾ ਕੁਝ। ਹਾਂਜੀ ਬਲਜਿੰਦਰ ਭੈਣ ਜੀ, ਵਾਹਿਗੁਰੂ ਦੀ ਕਿਰਪਾ ਨਾਲ ਇੱਥੋਂ ਦੇ ਯੂਬਾ ਸਿਟੀ ਦੇ ਤੇ ਹੋਰ ਵੀ ਜਿੰਨੇ ਵੀ ਆਲੇ ਦੁਆਲੇ ਦੇ ਸ਼ਹਿਰ ਨੇ, ਬਿਲਕੁਲ ਹੀ ਜਿਹੜੇ ਹਾਲਾਤ ਨੇ ਉਹ ਸੁਖਾਵੇਂ ਨੇ ਜੀ। ਕਿਸੇ ਤਰ੍ਹਾਂ ਦਾ ਕੋਈ ਲੋਕਾਂ ਦੇ ਵਿੱਚ ਡਰ ਖੌਫ ਨਹੀਂ ਹੈ, ਪਰ ਉਹ ਸਾਰੇ ਲੋਕ ਪ੍ਰੀਕਾਸ਼ਨ ਵਰਤ ਰਹੇ ਨੇ। ਯੂਬਾ ਸਿਟੀ ਨੂੰ ਲੈ ਕੇ ਆਪਾਂ ਗੱਲ ਕਰੀਏ ਤੇ ਬਹੁਤ ਸਾਰੇ ਬਿਜ਼ਨਸ ਬੰਦ ਸਨ ਤੇ ਹੌਲੀ ਹੌਲੀ ਹੁਣ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹ ਖੁੱਲ ਰਹੇ ਨੇ। ਤੇ ਮੈਂ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਕੰਮ ਕਰ ਰਿਹਾ। ਸੋ ਜੇ ਸਾਡੇ ਬਿਜ਼ਨਸ ਦਾ ਦੇਖਿਆ ਜਾਵੇ ਤੇ ਬਹੁਤ ਸਾਰਾ ਅਸਰ ਕਰੋਨਾ ਵਾਇਰਸ ਦਾ ਹੋਇਆ ਹੈ। ਬਿਜ਼ਨਸ ਸਲੋ ਗਿਆ ਹੈ। ਆਵਾਜਾਈ ਦਾ ਇੱਕ ਸਾਧਨ ਹੈ ਟਰੱਕ, ਸੋ ਟਰੱਕਾਂ ਦੇ ਬਿਜ਼ਨਸ ਨੂੰ ਬਹੁਤ ਫਰਕ ਪਿਆ ਹੈ। ਪਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਤੇ ਮੁੜ ਕੇ ਹਾਲਾਤ ਜਿਹੜੇ ਨੇ ਉਹ ਨਾਰਮਲ ਜਿਹੇ ਹੋ ਜਾਣਗੇ। ਜੀ ਵੀਰਿੰਦਰ ਜੀ, ਤੁਸੀਂ ਘਰੋਂ ਕੰਮ ਕਰ ਰਹੇ ਹੋ ਕਿ ਜਾਂ ਤੁਸੀਂ ਆਫਿਸ 'ਚ ਜਾ ਕੇ ਕੰਮ ਕਰਦੇ ਹੋ? ਕਿਉਂਕਿ ਟਰੱਕਿੰਗ ਇੰਡਸਟਰੀ ਦਾ ਕੰਮ ਇਸ ਵਕਤ ਇਹ ਵੀ ਫਰੰਟ ਲਾਈਨ ਦੇ ਵਿੱਚ ਆਉਂਦੇ ਨੇ ਜਿਹੜੇ ਟਰੱਕਰ ਆ। ਇਹ ਵੀ ਇੰਡਸਟਰੀ ਨੂੰ ਔਰ ਲੋਕਾਂ ਨੂੰ ਇਹਨਾਂ ਦੀ ਵੀ ਬਹੁਤ ਵੱਡੀ ਦੇਣ ਆ ਕਿ ਇਸ ਔਖੀ ਘੜੀ 'ਚ ਜਿਹੜਾ ਕੰਮ ਕਰ ਰਹੇ ਨੇ। ਸੋ ਤੁਸੀਂ ਘਰੋਂ ਕਰਦੇ ਆ ਜਾਂ ਤੁਸੀਂ ਆਫਿਸ ਜਾਂਦੇ ਹੋ? ਹਾਂਜੀ ਭੈਣ ਜੀ, ਮੈਂ ਇੱਥੇ ਦੱਸਣਾ ਚਾਹਾਂਗਾ ਜ਼ਿਆਦਾ ਸਮਾਂ ਮੈਂ ਆਫਿਸ ਹਾਲੇ ਤੱਕ ਵੀ ਜਾ ਰਿਹਾ ਕਿਉਂਕਿ ਮੇਰੇ ਜਿਹੜੇ ਟਰੱਕ ਡਰਾਈਵਰ ਵੀਰ ਨੇ ਉਹ ਰੋਡ ਤੇ ਹਰ ਵਕਤ ਰਹਿ ਰਹੇ ਨੇ ਇਸ ਹਾਲਾਤਾਂ ਦੇ ਵਿੱਚ ਵੀ। ਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਸਾਰਾ ਟਾਈਮ ਘਰੋਂ ਬੈਠ ਕੇ ਹੀ ਕੰਮ ਕਰਾਂ ਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਮੈਂ ਜ਼ਿਆਦਾ ਸਮਾਂ ਹਾਲੇ ਤੱਕ ਵੀ ਆਫਿਸ ਦੇ ਵਿੱਚ ਕੰਮ ਕਰਨ ਜਾਂਦਾ ਜੀ। ਔਰ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਨੇ। ਡਰਾਈਵਰ ਬਹੁਤ ਕੰਪਲੇਂਟਸ ਕਰ ਰਹੇ ਨੇ ਕਿ ਉਹਨਾਂ ਦੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਕੰਪਨੀਆਂ ਵੱਲੋਂ। ਸੋ ਤੁਹਾਡੀ ਕੰਪਨੀ ਦੇ ਡਰਾਈਵਰਸ ਨੂੰ ਕਦੀ ਕੋਈ ਪਰੇਸ਼ਾਨੀਆਂ, ਕਦੀ ਕੋਈ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੀ? ਬਲਜਿੰਦਰ ਭੈਣ ਜੀ, ਮੈਂ ਕੋਸ਼ਿਸ਼ ਕਰਦਾ ਜਿੰਨੇ ਵੀ ਮੇਰੇ ਨਾਲ ਇਸ ਟੀਮ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਮੈਂ ਇੱਕ ਪਰਿਵਾਰ ਦੇ ਤਰ੍ਹਾਂ ਕੰਪਨੀ ਨੂੰ ਰਨ ਕਰ ਰਿਹਾ ਜੀ। ਤੇ ਜਿੰਨੇ ਵੀ ਮੇਰੇ ਡਰਾਈਵਰ ਵੀਰ ਸਾਰੇ ਮੇਰੇ ਨਾਲ ਜੁੜੇ ਹੋਏ ਨੇ ਜਾਂ ਮੇਰੇ ਆਫਿਸ ਦੇ ਵਿੱਚ ਜੋ ਵੀ ਵੀਰ ਭੈਣਾਂ ਮੇਰੇ ਨਾਲ ਕੰਮ ਕਰ ਰਹੇ ਨੇ, ਮੇਰੀ ਕੋਸ਼ਿਸ਼ ਹੁੰਦੀ ਹੈ ਬਈ ਸਾਰਿਆਂ ਨੂੰ ਇਸ ਔਖੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਮੈਂ ਖਲੋਵਾਂ। ਤੇ ਜਿੰਨੇ ਵੀ ਮੇਰੇ ਡਰਾਈਵਰ ਵੀਰ ਨੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਜਿੱਥੋਂ ਲੋਡ ਚੱਕਣੇ ਨੇ ਜਾਂ ਜਿੱਥੇ ਲੋਡ ਲਾਉਣੇ ਨੇ ਉੱਥੇ ਆ ਰਹੀਆਂ ਨੇ। ਉਹਦਾ ਕਾਰਨ ਇਹ ਹੈ ਵੀ ਬਹੁਤ ਸਾਰੇ ਸ਼ਿਪਰ ਤੇ ਬਹੁਤ ਸਾਰੇ ਰਿਸੀਵਰ ਜਿਹੜੇ ਨੇ
ਉਹਨਾਂ ਨੂੰ ਉਹਨਾਂ ਦਾ ਰੈਸਟ ਰੂਮ ਯੂਜ਼ ਕਰਨ ਦੇ ਲਈ ਇਜਾਜ਼ਤ ਨਹੀਂ ਦਿੰਦੇ। ਤੇ ਇਹੋ ਜਿਹੀਆਂ ਛੋਟੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਡਰਾਈਵਰਸ ਨੂੰ ਆ ਰਹੀਆਂ ਨੇ ਜੀ। ਤੇ ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿੱਥੇ ਤੁਸੀਂ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਹੋ, ਤੁਸੀਂ ਇੱਕ ਬੜਾ ਵਧੀਆ ਕੰਮ ਵੀ ਕਰ ਰਹੇ ਹੋ, ਉਸ ਦੇ ਨਾਲ ਤੁਸੀਂ ਗਾਇਕੀ ਦਾ ਵੀ ਸ਼ੌਂਕ ਰੱਖਦੇ ਹੋ। ਇਹ ਸ਼ੌਂਕ ਕਦੋਂ ਤੋਂ ਤੁਹਾਨੂੰ ਪਿਆ ਜੀ? ਇਹਦੇ ਬਾਰੇ ਹੁਣ ਥੋੜਾ ਜਿਹਾ ਅਸੀਂ ਤੁਹਾਡੀ ਗਾਇਕੀ ਵੱਲ ਚੱਲਦੇ ਹਾਂ ਜੀ। ਸੋ ਇਹ ਕਦੋਂ ਤੋਂ ਤੁਸੀਂ ਸ਼ੌਂਕ ਪਾ ਲਿਆ ਜੀ? ਹਾਂਜੀ ਭੈਣ ਜੀ, ਇਹ ਮੇਰੀ ਵੀ ਸਟੋਰੀ ਸਾਰੇ ਕਲਾਕਾਰਾਂ ਵਾਂਗ ਉਵੇਂ ਹੀ ਹੈ ਜੀ, ਜਿਵੇਂ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਹੋ ਕੇ ਕਾਲਜ ਵੱਲ ਵੱਧਦੀ ਹੈ। ਤੇ ਕਾਲਜ ਤੋਂ ਬਾਅਦ ਮੈਂ 2010 ਦੇ ਵਿੱਚ ਇੱਥੇ ਯੂਬਾ ਸਿਟੀ ਦੇ ਵਿੱਚ ਆ ਗਿਆ ਜੀ। ਤੇ ਇੱਥੇ ਆ ਕੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੋ ਗਏ। ਬਿਜ਼ੀ ਸਕੈਜੂਅਲ ਦੇ ਵਿੱਚ ਗਾਇਕੀ ਦਾ ਸ਼ੌਕ ਮੈਨੂੰ ਉੱਥੋਂ ਪਿੰਡ ਤੋਂ ਹੀ ਲੈ ਕੇ ਇੱਥੇ ਅਮਰੀਕਾ ਤੱਕ ਓਨਾ ਹੀ ਰਿਹਾ ਜੀ। ਤੇ ਮੈਂ ਆਪਣੇ ਸ਼ੌਕ ਨੂੰ ਪੂਰਾ ਕਰਨ ਦੇ ਲਈ ਜਦੋਜਹਿਦ ਇੰਡੀਆ ਤੋਂ ਹੀ ਜਾਰੀ ਸੀ। ਤੇ ਇੱਥੇ ਆ ਕੇ ਜਦੋਂ ਮੈਨੂੰ ਲੱਗਾ ਵੀ ਠੀਕ ਹੈ, ਮੈਂ ਹੁਣ ਥੋੜਾ ਬਹੁਤਾ, ਕਿਉਂਕਿ ਬਈ ਇਸ ਵੇਲੇ ਬਹੁਤ ਸਾਰੇ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਜੇ ਤੁਸੀਂ ਇੰਡਸਟਰੀ ਦੇ ਵਿੱਚ ਆਉਣਾ। ਬਿਲਕੁਲ ਜੀ। ਤੇ ਉਹ ਮੈਨੂੰ ਹੁਣ ਲੱਗਾ ਸਮਾਂ ਠੀਕ ਹੈ ਵੀ ਮੇਰੇ ਕੋਲ ਫਾਈਨੈਂਸ਼ੀਅਲੀ ਇਹਨੂੰ ਸਪੋਰਟ ਕਰਨ ਲਈ ਗਾਇਕੀ ਨੂੰ ਪੈਸੇ ਹੈਗੇ ਨੇ। ਤੇ ਮੈਂ 1-2 ਗੀਤ ਪਹਿਲਾਂ ਵੀ ਕੀਤੇ ਨੇ ਤੇ ਇਹ ਮਾਂ ਗੀਤ ਮੇਰੇ ਕੋਲ ਬਹੁਤ ਟਾਈਮ ਤੋਂ ਪਿਆ ਹੋਇਆ ਸੀ ਜੀ, ਤੇ ਜਿਹੜਾ ਕਿ ਮੇਰੇ ਬਹੁਤ ਦਿਲ ਦੇ ਨੇੜੇ ਸੀ ਜੀ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਥੋੜਾ ਸਮਾਂ ਪਹਿਲਾਂ ਮੈਂ ਆਪਣੇ ਮਾਤਾ ਜੀ ਨੂੰ ਆਪਣੇ ਹੱਥੀਂ ਤੋਰਿਆ, ਜੋ ਕਿ ਸਾਨੂੰ ਅਲਵਿਦਾ ਕਹਿ ਗਏ ਨੇ। ਸੋ ਉਹ ਕਿਤੇ ਨਾ ਕਿਤੇ ਦਰਦ ਮੇਰੇ ਦਿਲ ਵਿੱਚ ਸੀ ਤੇ ਮੈਂ ਉਹ ਦਰਦ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਬਿਲਕੁਲ ਜੀ। ਜਦੋਂ ਇਹੋ ਜਿਹੇ ਦਿਨ ਆਉਂਦੇ ਆ, ਕਿਉਂਕਿ ਜਿਨ੍ਹਾਂ ਮੁਲਕਾਂ 'ਚ ਅਸੀਂ ਰਹਿੰਦੇ ਆ ਇੰਦਰ ਜੀ, ਇਹਨਾਂ ਮੁਲਕਾਂ ਦੇ ਵਿੱਚ ਮਦਰਸ ਡੇ ਇੱਕ ਖਾਸ ਦਿਨ ਮੁਕਰਰ ਕੀਤਾ ਹੁੰਦਾ। ਉਸ ਦਿਨ ਲੋਕੀ ਸੈਲੀਬ੍ਰੇਟ ਕਰਦੇ ਨੇ। ਵੈਸੇ ਤਾਂ ਮਾਂ ਤੋਂ ਬਿਨਾਂ ਕੋਈ ਵੀ ਦਿਨ ਨਹੀਂ ਦਿਨ ਹੁੰਦਾ, ਕਿਉਂਕਿ ਮਾਂ ਦੀ ਮੌਜੂਦਗੀ ਜ਼ਿੰਦਗੀ ਦੇ ਵਿੱਚ ਇਨਸਾਨ ਦੀ ਜ਼ਿੰਦਗੀ 'ਚ ਬਹੁਤ ਹੀ ਮਾਇਨੇ ਰਖਵਾਉਂਦੀ ਆ। ਮਾਂ ਤੋਂ ਬਿਨਾਂ ਦੁਨੀਆ ਸੁੰਨੀ ਲੱਗਦੀ ਆ। ਪਰ ਉਸ ਵਾਹਿਗੁਰੂ ਦੇ ਅੱਗੇ ਸਾਡਾ ਜ਼ੋਰ ਵੀ ਨਹੀਂ ਚੱਲਦਾ ਤੇ ਮਾਫੀ ਚਾਹੁੰਦੇ ਹਾਂ ਕਿ ਅਸੀਂ ਫਿਰ ਤੋਂ ਉਸ ਗੱਲ ਨੂੰ ਅੱਜ ਛੇੜ ਲਿਆ। ਤੇ ਪਰ ਤੁਸੀਂ ਜਿਹੜਾ ਗੀਤ ਗਾਇਆ, ਜਿਹੜੀ ਉਸ ਨੂੰ ਆਪਣੀ ਆਵਾਜ਼ ਦਿੱਤੀ ਆ, ਮੈਂ ਖੁਦ ਸੁਣਿਆ ਤੇ ਕਿਤੇ ਨਾ ਕਿਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਜਿਵੇਂ ਇੱਕ ਬੱਚਾ ਆਪਣੀ ਮਾਂ ਨੂੰ ਕਿਤੇੋਂ ਲੱਭ ਰਿਹਾ, ਉਸ ਦੀਆਂ ਗੱਲਾਂ ਕਰ ਰਿਹਾ ਆ। ਤੇ ਮੈਂ ਖੁਦ ਬਹੁਤ ਭਾਵਕ ਜੀ ਹੋ ਗਈ ਉਸ ਗੀਤ ਨੂੰ ਦੇਖਦਿਆਂ, ਕਿਉਂਕਿ ਮੈਂ ਤੁਹਾਨੂੰ ਮਿਲ ਵੀ ਚੁੱਕੀ ਹਾਂ, ਅਸੀਂ ਗੱਲਾਂ ਵੀ ਇਸ ਗੀਤ ਬਾਰੇ ਕਰ ਚੁੱਕੇ ਹਾਂ। ਸੋ ਕਿਤੇ ਨਾ ਕਿਤੇ ਮੈਨੂੰ ਲੱਗਿਆ ਕਿ ਵਾਕਿਆ ਹੀ ਮਾਂ ਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ। ਸੋ ਬੜੇ ਲੰਬੇ ਸਮੇਂ ਤੋਂ ਤੁਸੀਂ ਇਸ ਗੀਤ ਨੂੰ ਰੱਖਿਆ ਹੋਇਆ ਸੀਗਾ ਤੇ ਔਰ ਤੁਸੀਂ ਹੁਣ ਇਸ ਨੂੰ ਲੈ ਕੇ ਆਏ ਸਾਡੇ ਸਾਹਮਣੇ ਜੀ। ਤੇ ਮੈਂ ਇੱਥੇ ਦੱਸਣਾ ਜ਼ਰੂਰੀ ਸਮਝਾਂਗਾ ਜੀ, ਇਹ ਮੇਰਾ ਬਹੁਤ ਹੀ ਨਿੱਘਾ ਵੀਰ ਜੋ ਬਹੁਤ ਹੀ ਸੋਹਣਾ ਲਿਖਦਾ ਹੈ, ਲਵਲੀ ਨੂਰ ਦਾ ਲਿਖਿਆ ਹੋਇਆ ਇਹ ਗੀਤ ਹੈ ਜੀ। ਤੇ ਪੁਨੀਤ ਰੰਧਾਵਾ ਇੱਥੋਂ ਸਾਡੇ ਯੂਬਾ ਸਿਟੀ ਤੋਂ ਹੀ ਬਹੁਤ ਹੀ ਟੈਲੈਂਟ ਹੈ, ਮਿਊਜ਼ਿਕ ਡਾਇਰੈਕਟਰ ਹੈ। ਉਹਨਾਂ ਨੇ ਇਸ ਨੂੰ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਜੀ। ਸਰੋਤੇ ਇਸ ਨੂੰ ਪਿਆਰ ਦੇਣਗੇ ਜੀ। ਵੀਰਿੰਦਰ ਜੀ, ਮੈਂ ਚਾਹੂੰਗੀ ਜੇ ਤੁਸੀਂ ਸਾਨੂੰ ਇਸ ਗੀਤ ਦੀਆਂ ਕੁਝ ਸਤਰਾਂ ਸਾਡੇ ਨਾਲ ਸਾਂਝੀਆਂ ਕਰੋ ਜੀ। ਜੀ ਜ਼ਰੂਰ ਜੀ। ਮੇਰੀ ਮਾਂ ਸੀ ਅਨਪੜ੍ਹ ਜਈ, ਮੇਰੀ ਮਾਂ ਸੀ ਅਨਪੜ੍ਹ ਜਈ, ਰੋਟੀ ਜੇ ਇੱਕ ਮੰਗਾ ਤਾਂ 2 ਧਰ ਦਿੰਦੀ ਸੀ। ਮੇਰੀ ਮਾਂ ਸੀ ਅਨਪੜ੍ਹ ਜਈ, ਮੇਰੀ ਮਾਂ ਸੀ ਅਨਪੜ੍ਹ ਜਈ, ਮੈਨੂੰ ਅਫਸਰ ਕਰਨ ਲਈ ਦੁੱਖ ਕਿੰਨੇ ਸਹਿ ਗਈਆ, ਮੇਰੀਆਂ ਸੁੱਖਾਂ ਸੁਖਣ ਵਾਲੀ ਹੁਣ ਕਿੱਥੇ ਬਹਿ ਗਈਆ। ਲਵਲੀ ਨੂੰ ਮਮਤਾ ਤੇਰੀ ਹੋ, ਲਵਲੀ ਨੂੰ ਮਮਤਾ ਤੇਰੀ ਸ਼ਾਇਰ ਕਰ ਦਿੰਦੀ ਸੀ। ਮੇਰੀ ਮਾਂ ਸੀ ਅਨਪੜ੍ਹ ਜਈ, ਮੇਰੀ ਮਾਂ ਸੀ ਅਨਪੜ੍ਹ ਜਈ, ਰੋਟੀ ਜੇ ਇੱਕ ਮੰਗਾ ਤਾਂ 2 ਧਰ ਦਿੰਦੀ ਸੀ। ਮੇਰੀ ਮਾਂ ਸੀ ਅਨਪੜ੍ਹ ਜਈ, ਮੇਰੀ ਮਾਂ ਸੀ ਅਨਪੜ੍ਹ ਜਈ। ਬਹੁਤ ਵਧੀਆ ਵੀਰਿੰਦਰ। ਜਦੋਂ ਅਸੀਂ ਗੱਲ ਕਰਦੇ ਆ ਨਾ, ਇੱਕ ਲਿਖਣਾ ਹੁੰਦਾ ਆ
ਤੇ ਇੱਕ ਉਸ ਗੀਤ ਨੂੰ ਰੂਹ ਤੋਂ ਗਾਉਣਾ ਹੁੰਦਾ ਆ, ਕਿਉਂਕਿ ਕਹਿੰਦੇ ਇਨਸਾਨ ਨੂੰ ਜਦੋਂ ਦਰਦ ਹੁੰਦਾ ਆ, ਇਨਸਾਨ ਜਿਹੜੀਆਂ ਗੱਲਾਂ ਦੇ ਵਿੱਚ ਦੀ ਵਿਚਰ ਚੁੱਕਿਆ ਹੁੰਦਾ ਆ, ਉਸ ਗੀਤ ਨੂੰ ਉਹ ਇਨਸਾਨ ਪੂਰੇ ਸ਼ਿੱਦਤ ਦੇ ਨਾਲ ਨਿਭਾਉਂਦਾ ਆ। ਔਰ ਤੁਸੀਂ ਆਪਣੇ ਮਾਤਾ ਜੀ ਨੂੰ ਇਸ ਦੁਨੀਆ ਤੋਂ ਖੁਦ ਹੱਥੀਂ ਰੁਖਸਤ ਕੀਤਾ, ਤੇ ਉਹ ਦਰਦ ਤੁਹਾਡੇ ਗੀਤ ਦੇ ਵਿੱਚ ਨਿਕਲ ਰਿਹਾ, ਉਹ ਮਹਿਸੂਸ ਹੋ ਰਿਹਾ ਹੈਗਾ ਆ। ਧੰਨਵਾਦ ਜੀ ਬਲਜਿੰਦਰ ਭੈਣ ਜੀ। ਮੈਂ ਅਰਦਾਸ ਕਰਦਾ ਉਸ ਪ੍ਰਮਾਤਮਾ ਅੱਗੇ ਬਈ ਦੁਨੀਆ ਦੀ ਹਰ ਇੱਕ ਮਾਂ ਕਦੀ ਵੀ ਆਪਣੇ ਕਿਸੇ ਪੁੱਤ ਨੂੰ, ਕਿਸੇ ਆਪਣੀ ਧੀ ਨੂੰ, ਕਿਸੇ ਆਪਣੇ ਬੱਚੇ ਨੂੰ ਇਸ ਦੁਨੀਆ ਤੋਂ ਛੱਡ ਕੇ ਨਾ ਜਾਵੇ। ਮੌਤ ਇੱਕ ਸੱਚ ਹੈ, ਜ਼ਰੂਰ ਜੋ ਇਸ ਦੁਨੀਆ ਤੇ ਆਇਆ ਹੈ ਉਸਨੂੰ ਜਾਣਾ ਪਏਗਾ, ਪਰ ਬਹੁਤ ਔਖਾ ਹੁੰਦਾ ਹੈ ਆਪਣੇ ਮਾਂ ਪਿਓ ਨੂੰ ਆਪਣੇ ਹੱਥੀਂ ਤੋਰਨਾ। ਬਿਲਕੁਲ ਜੀ, ਬਹੁਤ ਔਖਾ ਹੁੰਦਾ ਹੈ। ਜਦੋਂ ਅੰਦਰ ਅਸੀਂ ਗੱਲ ਕਰਦੇ ਹਾਂ ਕਿ ਇਹੋ ਜਿਹੇ ਰਿਸ਼ਤਿਆਂ ਦੀ, ਪਰ ਤੁਹਾਡੀ ਜਿਹੜੇ ਮੈਂ ਗੀਤ ਪਹਿਲੇ ਵੀ ਤੁਸੀਂ ਆਪਣੇ ਗੀਤ ਲੈ ਕੇ ਆਏ ਆ ਝੋਲੀ ਪਾਏ, ਉਹ ਵੀ ਬੜੇ ਵਧੀਆ ਆ, ਬੜੇ ਇੱਕ ਅਲੱਗ ਜਿਹੀ ਕਿਸਮ ਦੇ ਗੀਤ ਆ। ਸੋ ਤੁਹਾਨੂੰ ਕਿਹੋ ਜਿਹੀ ਗਾਇਕੀ ਪਸੰਦ ਆ, ਕੀ ਗਾਉਣਾ ਤੁਸੀਂ ਜ਼ਿਆਦਾ ਪਸੰਦ ਕਰਦੇ ਆ? ਮੈਂ ਸ਼ੁਰੂ ਤੋਂ ਹੀ ਮੇਰਾ ਸ਼ੌਕ ਰਿਹਾ ਫੋਕ ਗਾਉਣ ਦਾ ਜੀ। ਯੂਨੀਵਰਸਿਟੀ ਲੈਵਲ ਤੱਕ ਮੈਂ ਗਾਉਣ ਜਾਂਦਾ ਰਿਹਾ ਜੀ। ਹਰੇਕ ਕੰਪੀਟੀਸ਼ਨ ਮੈਂ ਲੜਦਾ ਰਿਹਾ ਕਾਲਜ ਦੇ ਵਿੱਚ, ਜਦੋਂ ਵੀ ਮੈਨੂੰ ਮੌਕਾ ਮਿਲਿਆ। ਫੋਕ ਸਿੰਗਿੰਗ ਨੂੰ ਮੈਂ ਲਾਈਕ ਕਰਦਾ ਜੀ, ਤੇ ਮੈਂ ਅੱਜ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੀ ਕਲਾਕਾਰੀ ਨੂੰ ਹੀ ਬਰਕਰਾਰ ਰੱਖਾਂਗਾ ਜੋ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕੋ ਤੇ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਗੁਣਗੁਣਾ ਸਕੋ ਜੀ। ਜੀ ਇੰਦਰ, ਜਦੋਂ ਅਸੀਂ ਗੱਲ ਕਰਦੇ ਹਾਂ, ਤੁਹਾਡੀ ਸੋਚ ਬੜੀ ਵਧੀਆ ਜੀ, ਮੈਨੂੰ ਬੜਾ ਚੰਗਾ ਲੱਗਾ। ਔਰ ਵਾਹਿਗੁਰੂ ਤੁਹਾਡੀ ਇਸ ਸੋਚ ਨੂੰ ਇਸੇ ਤਰ੍ਹਾਂ ਬਣਾਈ ਰੱਖੇ। ਜੇ ਤੁਸੀਂ ਫੋਕ ਔਰ ਪਰਿਵਾਰਾਂ 'ਚ ਬੈਠ ਕੇ ਗਾਉਣ ਵਾਲੇ, ਜਿਹੜੇ ਸੁਣਨ ਵਾਲੇ ਗੀਤਾਂ ਦੀ ਗੱਲ ਕੀਤੀ ਹੈ, ਤੇ ਮੈਂ ਚਾਹੂੰਗੀ ਕਿ ਤੁਹਾਡੀ ਇਸ ਉੱਚੀ ਤੇ ਸੁੱਚੀ ਸੋਚ ਨੂੰ ਇਸੇ ਤਰ੍ਹਾਂ ਵਾਹਿਗੁਰੂ ਬਰਕਰਾਰ ਰੱਖੇ ਤੇ ਤੁਸੀਂ ਬੁਲੰਦੀਆਂ ਨੂੰ ਛੂਹੋ। ਪਰ ਜਦੋਂ ਦੇਖਦੇ ਹਾਂ ਅਸੀਂ ਗਾਇਕੀ ਨੂੰ, ਤੇ ਕਿਤੇ ਨਾ ਕਿਤੇ ਕਈ ਗੀਤ ਇਹੋ ਜਿਹੇ, ਹੁਣ ਅੱਜ ਕੱਲ੍ਹ ਬਹੁਤ ਕੁਝ ਸਾਡੇ ਆਲੇ ਦੁਆਲੇ ਹੋ ਰਿਹਾ ਹੈ, ਗਾਇਕੀ ਦਾ ਬਿਲਕੁਲ ਪੱਖ ਬਦਲ ਗਿਆ। ਸੋ ਕਿੰਨਾ ਕੁ ਔਖਾ ਆ ਇਹੋ ਜਿਹੇ ਦੌਰ ਦੇ ਵਿੱਚ ਇੱਕ ਵੱਖਰੀ ਰਾਹ ਤੇ ਚੱਲਣਾ, ਜਿਵੇਂ ਫੋਕ ਸਿੰਗਿੰਗ ਨੂੰ ਲੈ ਕੇ ਚੱਲਣਾ। ਸੋ ਤੁਹਾਨੂੰ ਕਿੰਨੀਆਂ ਕੁ ਔਕੜਾਂ ਮੁਸ਼ਕਲਾਂ ਆਉਂਦੀਆਂ ਜਦੋਂ ਤੁਸੀਂ ਕੋਈ ਗੀਤ ਕਿਸੇ ਨਾਲ ਸ਼ੇਅਰ ਕਰਦੇ ਆ ਵੀ ਮੈਂ ਆਹ ਲਿਆਉਣਾ ਆ? ਸੋ ਕਿਹੋ ਜਿਹੀਆਂ ਸਲਾਹਾਂ ਲੋਕੀ ਦਿੰਦੇ ਆ ਕਿ ਇਹ ਚੱਲੂਗਾ ਜਾਂ ਨਹੀਂ ਚੱਲੂਗਾ, ਇਹ 'ਚ ਕੀ ਚੇਂਜਸ ਕਰਨੀਆਂ, ਜਾਂ ਇਸ ਸਮੇਂ ਦੇ ਅਨੁਸਾਰ ਹੈ ਨੀਗਾ? ਇਹੋ ਜਿਹੀਆਂ ਕੁਛ ਗਾਈਡਲਾਈਨਸ ਜਾਂ ਕੁਛ ਲੋਕੀ ਤੁਹਾਨੂੰ ਦਿੰਦੇ ਸਲਾਹਾਂ? ਹਾਂਜੀ, ਜ਼ਰੂਰ ਜੀ, ਇਹ ਗੱਲ ਬੜਾ ਅੱਛਾ ਸਵਾਲ ਹੈ ਜੀ। ਇਹ ਪ੍ਰੋਬਲਮਸ ਜ਼ਰੂਰ ਖੜੀਆਂ ਹੁੰਦੀਆਂ ਨੇ ਜੀ। ਅੱਜ ਦੇ ਦੌਰ ਨੂੰ ਨਿਊ ਜਨਰੇਸ਼ਨ ਕਿਸ ਤਰ੍ਹਾਂ ਲੈਂਦੀ ਹੈ, ਤੁਸੀਂ ਵੀ ਜਾਣਦੇ ਹੋ ਤੇ ਸਰੋਤੇ ਬੜੀ ਭਲੀ ਭਾਂਤ ਜਾਣਦੇ ਨੇ। ਜਦੋਂ ਕੋਈ ਸੱਭਿਆਚਾਰਕ ਗੀਤ ਜਾਂ ਤੁਸੀਂ ਕੋਈ ਪੁਰਾਣੇ ਮਾਹੌਲ ਦਾ ਗੀਤ ਤੁਸੀਂ ਸਰੋਤਿਆਂ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤੇ ਪਹਿਲਾਂ ਕਈ ਸਵਾਲ ਖੜੇ ਹੋ ਜਾਂਦੇ ਨੇ ਵੀ ਅੱਜ ਦਾ ਇਹ ਟ੍ਰੈਂਡ ਨਹੀਂ ਹੈ, ਅੱਜ ਕੱਲ੍ਹ ਇਹ ਕੁਛ ਚੱਲਦਾ ਨਹੀਂ ਹੈ। ਪਰ ਮੇਰੀ ਸੋਚ ਇਹ ਹੈ ਜੀ, ਬਈ ਕਿਸੇ ਦੇ ਗੀਤਾਂ ਤੇ ਜਾਂ ਕਿਸੇ ਦੇ ਕੰਮ ਤੇ ਕਿੰਤੂ ਪ੍ਰੰਤੂ ਕਰਨ ਨਾਲੋਂ ਆਪਣੇ ਕੰਮ ਦੇ ਵਿੱਚ ਮਗਨ ਹੋ ਜਾਓ ਜੀ, ਤੇ ਉਹਦਾ ਰਿਜ਼ਲਟ ਜੋ ਵੀ ਹੋਏਗਾ ਉਹ ਪਰਮਾਤਮਾ ਦੇ ਹੱਥ ਹੈ ਜੀ। ਔਰ ਵੀਰਿੰਦਰ, ਤੁਸੀਂ ਆਪ ਕਦੇ ਖੁਦ ਗੀਤ ਲਿਖਣ ਦੀ ਕੋਸ਼ਿਸ਼ ਕੀਤੀ ਹੈ? ਕੁਝ ਲਿਖਿਆ ਤੁਸੀਂ ਆਪ ਵੀ? ਮੈਂ ਥੋੜਾ ਬਹੁਤ ਲਿਖ ਲੈਂਦਾ ਜੀ, ਪਰ ਮੈਂ ਜ਼ਿਆਦਾ ਲਵਲੀ ਦੇ ਗੀਤ ਪਸੰਦ ਕਰਦਾ ਜੀ। ਲਵਲੀ ਦੇ ਗੀਤ, ਪਹਿਲਾਂ ਵੀ ਇੱਕ ਗੀਤ ਆਇਆ, ਉਹ ਵੀ ਲਵਲੀ ਨੂਰ ਦਾ ਸੀ ਜੀ, ਤੇ ਅੱਗੇ ਤੋਂ ਵੀ ਮੈਂ ਗਾਉਣਾ ਚਾਹੂੰਗਾ ਉਸ ਵੀਰ ਨੂੰ। ਤੇ ਮੇਰੇ ਅਗਲੇ ਪ੍ਰੋਜੈਕਟ ਇੱਕ ਦੋ ਆ ਰਹੇ ਨੇ, ਉਹ ਵੀ ਪੰਜਾਬ ਤੋਂ ਚੰਗੇ ਲਿਖਣ ਵਾਲੇ ਰਾਈਟਰਸ ਨੇ, ਉਹਨਾਂ ਦੇ ਨਾਲ ਆ ਰਹੇ ਨੇ। ਆਉਣ ਵਾਲਾ ਗੀਤ ਇੱਕ ਦੀਪਕ ਢਿੱਲੋਂ ਜੀ ਨਾਲ ਆ ਰਿਹਾ ਹੈ, ਡਿਊਟ ਸੌਂਗ ਹੈ ਜੀ। ਉਹਨੂੰ ਮਿਊਜ਼ਿਕ ਦਿੱਤਾ ਹੈ ਹਰਮੀਤ ਸਿੰਘ, ਜਿਨ੍ਹਾਂ ਨੂੰ ਮਿਕਸਿੰਗ ਦੇ ਨਾਲ ਜਾਣਦੇ ਹੋ ਜੀ। ਇੱਕ ਹੋਰ ਗੀਤ ਆ ਰਿਹਾ ਹੈ ਦਾ ਬੌਸ, ਤੇ ਇਹ ਮੇਰੇ ਫਿਊਚਰ ਦੇ ਆਉਣ ਵਾਲੇ ਗੀਤ ਨੇ, ਸੋ ਜਲਦੀ ਸਰੋਤਿਆਂ ਤੱਕ ਪਹੁੰਚਣਗੇ। ਤੇ ਜਿਹੜੇ ਤੁਹਾਡੇ ਪਹਿਲੇ ਗੀਤ ਆ ਚੁੱਕੇ, ਉਹਨਾਂ ਵਿੱਚੋਂ ਸਾਨੂੰ ਕਿਸੇ ਦੇ ਬੋਲ ਜ਼ਰੂਰ ਸੁਣਾਓ ਜੀ, ਜਿਹੜਾ ਤੁਸੀਂ ਜ਼ਿਆਦਾ ਪਸੰਦ। ਲਵਲੀ ਨੂਰ ਜੀ ਦਾ ਲਿਖਿਆ ਗੀਤ ਜਿਹੜਾ ਲਾਸਟ ਵਨ ਆਇਆ ਸੀ ਜੀ, ਜ਼ਰੂਰ ਸਾਂਝਾ ਕਰੋ ਜੀ। ਫੇਸ ਬਿੱਲੀਆਂ ਦੇ ਲਾ ਕੇ ਫੋਟੋਆਂ ਨੀ ਝਾੜਦੇ, ਐਵੇਂ ਲੋਕਾਂ ਵਾਂਗੂ ਕਦੇ ਫੁਕਰੀ ਨਹੀਂ ਮਾਰਦੇ। ਫੇਸ ਬਿੱਲੀਆਂ ਦੇ ਲਾ ਕੇ ਫੋਟੋਆਂ ਨੀ ਝਾੜਦੇ, ਐਵੇਂ ਲੋਕਾਂ ਵਾਂਗੂ ਕਦੇ ਫੁਕਰੀ ਨਹੀਂ ਮਾਰਦੇ। ਲੈ ਨੀ ਸਵਾਦ ਕਦੇ ਜੀਨਾ ਪਾੜ ਕੇ, ਕੁੜਤਾ ਪਜਾਮਾ ਨੇਰ ਠਾਲਦਾ। ਹੋਰਨਾਂ ਤੋਂ ਬੋਰਨਾਂ ਦੇ ਆਉਂਦੇ ਰਿਸ਼ਤੇ, ਤੇਰੇ ਕਰਕੇ ਰਕਾਨੇ ਮੁੰਡਾ ਟਾਲਦਾ।
ਫੌਰਨਾਂ ਤੋਂ ਬੌਰਨਾਂ ਦੇ ਆਉਂਦੇ ਰਿਸ਼ਤੇ ਤੇਰੇ ਕਰਕੇ ਰਕਾਨੇ ਜੱਟ ਟਾਲਦਾ ਕੱਢ ਕੇ ਲਿਜਾਣਾ ਬਿੱਲੋ ਪੁੱਗਦਾ ਨਹੀਂ ਮੈਨੂੰ ਇਹੋ ਮੇਰੇ ਦਾਦੇ ਦੇ ਅਸੂਲਿਆ ਗੁਰੂ ਘਰੇ ਜਾ ਕੇ ਆਪਾਂ ਲੈਣੀਆਂ ਨੇ ਲਾਵਾਂ ਜਿਹਦੇ ਦਰ ਅੱਗੇ ਸਭੇ ਹੀ ਕਬੂਲਿਆ ਜਿਹਦੇ ਦਰ ਅੱਗੇ ਸਭੇ ਹੀ ਕਬੂਲਿਆ ਗੀਤਾਂ ਜਈਏ ਜੇ ਤੂੰ ਮੇਰੀ ਜ਼ਿੰਦਗੀ 'ਚ ਆ ਜੇ ਗੀਤਾਂ ਜਈਏ ਜੇ ਤੂੰ ਮੇਰੀ ਜ਼ਿੰਦਗੀ 'ਚ ਆ ਜੇ ਦੱਸ ਹੋਰ ਫਿਰ ਲਵਲੀ ਕੀ ਭਾਲਦਾ ਫੌਰਨਾਂ ਤੋਂ ਬੌਰਨਾਂ ਦੇ ਆਉਂਦੇ ਰਿਸ਼ਤੇ ਤੇਰੇ ਕਰਕੇ ਰਕਾਨੇ ਮੁੰਡਾ ਟਾਲਦਾ। ਕੀ ਬਾਤ ਹੈ ਜੀ, ਬਹੁਤ ਖੂਬ, ਬਹੁਤ ਵਧੀਆ। ਵਾਕਈ ਤੁਹਾਡੀ ਆਵਾਜ਼ ਵੀ ਹੈ ਜਿਹੜੀ ਵੀਰਿੰਦਰ ਇੱਕ ਫੋਕ ਸਿੰਗਰ ਵਾਂਗੂ ਆ, ਕਿਉਂਕਿ ਤੁਸੀਂ ਪੂਰਾ ਹਿੱਕ ਦੇ ਜੋੜ ਨਾਲ ਗਾਉਂਦੇ ਆ ਔਰ ਫੋਕ ਸਿੰਗਿੰਗ ਹੀ ਤੁਹਾਨੂੰ ਜ਼ਿਆਦਾ ਜੱਚਦੀ ਆ। ਔਰ ਮੈਂ ਚਾਹੂੰਗੀ ਕਿ ਤੁਸੀਂ ਮਾਂ ਗੀਤ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਆ ਸਾਡੇ ਸੁਣਨ ਵਾਲਿਆਂ ਨੂੰ, ਆਪਣੇ ਵੱਲੋਂ ਮੈਸੇਜ ਜ਼ਰੂਰ ਦਿਓ। ਹਾਂਜੀ ਭੈਣ ਜੀ, ਮੈਂ ਸਾਰੇ ਗਾਉਣ ਵਾਲੇ ਤੇ ਸੁਣਨ ਵਾਲਿਆਂ ਨੂੰ ਜ਼ਰੂਰ ਇਹਨਾਂ ਕਹਿਣਾ ਚਾਹੂੰਗਾ, ਜਿੱਥੇ ਤੁਸੀਂ ਹੋਰ ਕਮਰਸ਼ੀਅਲ ਸੌਂਗ ਨੂੰ ਪਿਆਰ ਦਿੰਦੇ ਹੋ, ਤੁਸੀਂ ਉਹਨਾਂ ਨੂੰ ਪ੍ਰਮੋਟ ਕਰਦੇ ਹੋ, ਸੋ ਕੁਛ ਇਹੋ ਜਿਹੀਆਂ ਚੀਜ਼ਾਂ ਨੂੰ ਵੀ ਜ਼ਰੂਰ ਪ੍ਰਮੋਟ ਕਰਿਆ ਕਰੋ ਤਾਂ ਕਿ ਜੋ ਇਹੋ ਜਿਹਾ ਗਾਉਣ ਵਾਲੇ ਕਲਾਕਾਰ ਨੇ ਜਾਂ ਇਹੋ ਜਿਹਾ ਗਾਉਣ ਵਾਲੇ ਲੋਕ ਨੇ ਉਹਨਾਂ ਨੂੰ ਹਮੇਸ਼ਾ ਤੁਹਾਡਾ ਪਿਆਰ, ਤੁਹਾਡਾ ਆਸ਼ੀਰਵਾਦ ਮਿਲਦਾ ਰਹੇ ਤਾਂ ਕਿ ਉਹ ਮੁੜ ਕੇ ਫਿਰ ਇਹੋ ਜਿਹੀ ਕੋਸ਼ਿਸ਼ ਕਰਨ। ਜੀ, ਔਰ ਬਹੁਤ ਵਧੀਆ ਲੱਗਾ ਵੀਰਿੰਦਰ, ਤੁਸੀਂ ਸਾਨੂੰ ਸਮਾਂ ਦਿੱਤਾ ਔਰ ਅਸੀਂ ਇਸ ਗੱਲਬਾਤ ਦੇ ਦੌਰਾਨ ਬਹੁਤ ਕੁਝ ਤੁਹਾਡੇ ਕੋਲੋਂ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਬਾਰੇ ਸੁਣਿਆ ਔਰ ਤੁਸੀਂ ਆਪਣੀਆਂ ਸਾਡੇ ਨਾਲ ਸਾਂਝਾਂ ਪਾਈਆਂ। ਤਾਂ ਮੈਂ ਚਾਹੂੰਗੀ ਕਿ ਅਸੀਂ ਇਸ ਸਾਂਝ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੀਏ, ਫਿਰ ਕਿਸੇ ਦਿਨ ਅਸੀਂ ਖੁੱਲ੍ਹ ਕੇ ਫਿਰ ਗੱਲਾਂ ਕਰੀਏ, ਤੁਹਾਡੀ ਜ਼ਿੰਦਗੀ ਦੇ ਬਾਰੇ ਗੱਲਾਂ ਕਰੀਏ। ਪਰ ਅੱਜ ਵਧੀਆ ਲੱਗਾ ਤੁਸੀਂ ਸਾਨੂੰ ਸਮਾਂ ਦਿੱਤਾ। ਤੇ ਕੀ ਕਹਿਣਾ ਚਾਹੋਗੇ ਜੀ ਤੁਸੀਂ ਸਾਡੇ ਸਾਂਝੇ ਦੇ ਪਰਿਵਾਰਾਂ ਨੂੰ, COVID-19 ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ? ਹਾਂਜੀ ਬਲਜਿੰਦਰ ਭੈਣ ਜੀ, ਤੁਹਾਡਾ ਵੀ ਸਾਂਝਾ ਟੀਵੀ ਦੀ ਸਾਰੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਤੇ ਮੈਂ ਪੂਰੀ ਦੁਨੀਆ ਵਿੱਚ ਰਹਿ ਰਹੇ ਪੰਜਾਬੀ ਭੈਣ ਭਰਾਵਾਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ, ਇਸ ਔਖੀ ਘੜੀ ਵਿੱਚ ਜੀ ਆਪਣਾ ਆਪਣੇ ਪਰਿਵਾਰ ਦਾ ਖਿਆਲ ਰੱਖਣ ਤੇ ਜਿੰਨਾ ਵੀ ਹੋ ਸਕਦਾ ਹੈ ਘਰੋਂ ਰਹਿ ਕੇ ਆਪਣਾ ਕੰਮਕਾਰ ਕਰਨ, ਆਪਣੇ ਮਾਤਾ ਪਿਤਾ ਦੀ ਸੇਵਾ ਕਰਨ, ਉਹਨਾਂ ਦਾ ਖਿਆਲ ਰੱਖਣ, ਬੱਚਿਆਂ ਦਾ ਖਿਆਲ ਰੱਖਣ, ਖਾਸ ਕਰਕੇ ਬਜ਼ੁਰਗਾਂ ਦਾ ਧਿਆਨ ਰੱਖਣ। ਪਰ ਇਸ ਚੀਜ਼ ਦੇ ਵਿੱਚ ਮੈਂ ਕਹਿੰਦਾ ਵੀ ਤਕੜੇ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਹੈ, ਦਿਲ ਨਹੀਂ ਛੱਡਣ ਦੀ ਜ਼ਰੂਰਤ। ਪਰਮਾਤਮਾ ਜੋ ਕਰ ਰਿਹਾ ਹੈ ਉਹਦੇ ਰਜ਼ਾ ਦੇ ਵਿੱਚ ਹੋ ਰਿਹਾ ਹੈ, ਸੋ ਵਾਹਿਗੁਰੂ ਦਾ ਭਾਣਾ ਮੰਨ ਕੇ ਆਪਾਂ ਨੂੰ ਇਹ ਜੰਗ ਲੜਨੀ ਚਾਹੀਦੀ ਹੈ। ਜੀ, ਥੈਂਕ ਯੂ ਵੀਰਿੰਦਰ ਜੀ, ਬਹੁਤ ਸਾਰੀਆਂ ਦੁਆਵਾਂ, ਬਹੁਤ ਸਾਰੀਆਂ ਬੈਸਟ ਵਿਸ਼ੇਸ ਤੁਹਾਡੇ ਲਈ, ਤੁਹਾਡੇ ਆਉਣ ਵਾਲੇ ਪ੍ਰੋਜੈਕਟਾਂ ਦੇ ਲਈ। ਸੋ ਅਗਲੀ ਵਾਰ ਫਿਰ ਕਿਸੇ ਦਾ ਟਾਈਮ ਤੁਹਾਡੇ ਨਾਲ ਖੁੱਲ੍ਹ ਕੇ ਗੱਲਬਾਤ ਕਰਾਂਗੇ। ਸੋ ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ, ਉਮੀਦ ਕਰਦੀ ਹਾਂ ਕਿ ਤੁਸੀਂ ਸਾਡੀ ਅੱਜ ਦੀ ਗੱਲਬਾਤ ਜ਼ਰੂਰ ਪਸੰਦ ਕੀਤੀ ਹੋਏਗੀ। ਵੀਰ ਇੰਦਰ ਜੀ ਕੈਲੀਫੋਰਨੀਆ ਯੂਬਾ ਸਿਟੀ ਦੀ ਧਰਤੀ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਸਨ। ਸੋ ਇਹਨਾਂ ਦਾ ਮਾਂ ਗੀਤ ਆ, ਜ਼ਰੂਰ ਸੁਣਿਓ ਸਮਾਂ ਕੱਢ ਕੇ, ਤੇ ਵਾਕਿਆ ਦਿਲ ਨੂੰ ਟੁੰਬਣ ਵਾਲਾ ਗੀਤ ਆ। ਪਰ ਇਸੇ ਤਰ੍ਹਾਂ ਹੀ ਮੈਂ ਕਿਸੇ ਹੋਰ ਸ਼ਖਸੀਅਤ ਦੇ ਨਾਲ ਅਗਲੀ ਵਾਰੀ ਰੂਬਰੂ ਹੋਵਾਂਗੇ। ਤਦ ਤੱਕ ਤੁਸੀਂ ਰੱਖਿਓ ਖਿਆਲ। #ਡਰੀਏ ਨਹੀਂ ਲੜੀਏ। ਸਤਿ ਸ਼੍ਰੀ ਅਕਾਲ ਜੀ।